ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ। ਸੋ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਹਾਂ। ਇਸ ਨੋਟੀਫਿਕੇਸ਼ਨ ਦੇ ਅਧੀਨ ਕਿਹੜੀਆਂ-ਕਿਹੜੀਆਂ ਪੋਸਟਾਂ ਨੇ, ਕੌਣ-ਕੌਣ ਅਪਲਾਈ ਕਰ ਸਕਦਾ ਹੈ, ਕਿਵੇਂ ਅਪਲਾਈ ਕਰਨਾ ਹੈ, ਉਸ ਚੀਜ਼ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕੀਤੀ ਜਾਊਗੀ। ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਇਸ ਨੋਟੀਫਿਕੇਸ਼ਨ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ। ਸੋ ਮੇਰੀ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ ਸਾਡੇ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਬਟਨ ਤੇ ਜ਼ਰੂਰ ਕਲਿੱਕ ਕਰੋ ਤਾਂ ਜੋ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਤੁਹਾਨੂੰ ਆਪਣੇ ਹੱਥਾਂ ਦੇ ਵਿੱਚ ਆਪਣੇ ਫੋਨ ਤੇ ਮਿਲਦੀ ਰਹੇ। ਸੋ ਵੀਰੋ ਚੱਲਦੇ ਹਾਂ ਨੋਟੀਫਿਕੇਸ਼ਨ ਵੱਲ। ਇਹ ਜੋ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਦੁਆਰਾ 8/1/2022 ਨੂੰ ਜਾਰੀ ਕੀਤਾ ਗਿਆ ਹੈ। ਇਹਨਾਂ ਪੋਸਟਾਂ ਦੇ ਲਈ ਆਪਾਂ ਮਾਸਟਰ ਕੇਡਰ ਦੀਆਂ ਪੋਸਟਾਂ ਨੇ, ਉਹਦੇ ਬਾਰੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ। ਇਹਨਾਂ ਦੁਆਰਾ ਜੋ ਵੈਬਸਾਈਟ ਹੈ ਮੈਂਸ਼ਨ ਕੀਤੀ ਗਈ ਹੈ www.educationrecruitmentboard.com। ਇਹ ਵੈਬਸਾਈਟ ਹੈ ਜੋ ਪੰਜਾਬ ਸਕੂਲ ਵਿਭਾਗ ਦੀ। ਇਸ ਵੈਬਸਾਈਟ 'ਤੇ ਜਾ ਕੇ ਇਹਨਾਂ ਪੋਸਟਾਂ ਲਈ ਤੁਸੀਂ 30/1/2022 ਤੱਕ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਸ ਵੈਬਸਾਈਟ 'ਤੇ ਜਾ ਕੇ। ਸੋ ਗੱਲ ਕਰਦੇ ਹਾਂ ਮਾਸਟਰ ਕੇਡਰ ਦੀਆਂ ਸਬਜੈਕਟ ਵਾਈਜ਼ ਜੋ ਵਿਸ਼ੇ ਨੇ ਉਹਨਾਂ ਦੀ ਪੋਸਟਾਂ ਦੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਮੈਥ ਵਿਸ਼ਾ। ਮੈਥ ਵਿਸ਼ੇ ਦੇ ਵਿੱਚ ਕੁੱਲ ਪੋਸਟਾਂ ਨੇ ਜੀ 912, ਜਿਹਦੇ ਵਿੱਚ 38 ਪੋਸਟਾਂ ਬੈਕਲਾਗ ਦੀਆਂ ਨੇ, 874 ਫਰੈਸ਼ ਪੋਸਟਾਂ ਨੇ, 283 ਪੋਸਟਾਂ ਔਰਤਾਂ ਦੇ ਲਈ ਰਾਖਵੀਆਂ ਨੇ। ਯੋਗਤਾ ਦੀ ਗੱਲ ਕਰਦੇ ਹਾਂ ਜੀ। ਯੋਗਤਾ ਤੁਹਾਡੀ ਗ੍ਰੈਜੂਏਸ਼ਨ ਵਿਦ 45% ਮਾਰਕਸ, ਜਨਰਲ ਕੈਟਾਗਰੀ 44% ਮਾਰਕਸ, SC ST ਅਤੇ BC ਐਂਡ ਫਿਜ਼ੀਕਲੀ ਹੈਂਡੀਕੈਪਟ ਇਸ ਕੋਟੇ ਦੇ ਲਈ 44% ਮਾਰਕਸ ਦੀ ਜ਼ਰੂਰਤ ਹੋਵੇਗੀ। ਜਨਰਲ ਕੈਟਾਗਰੀ ਦੇ ਲਈ 45% ਮਾਰਕਸ ਦੀ ਜ਼ਰੂਰਤ ਹੋਵੇਗੀ ਤੁਹਾਡੀ ਗ੍ਰੈਜੂਏਸ਼ਨ ਦੇ ਵਿੱਚੋਂ। ਅਤੇ ਤੁਸੀਂ ਮੈਥ ਵਿਸ਼ੇ ਨੂੰ 3 ਸਾਲ ਜੋ ਤੁਹਾਡੀ ਗ੍ਰੈਜੂਏਸ਼ਨ ਦੇ ਉਹਦੇ ਵਿੱਚ 3 ਸਾਲ ਪੜ੍ਹਿਆ ਹੋਵੇ ਮੈਥ ਵਿਸ਼ੇ ਨੂੰ। BEd ਹੋਣੀ ਤੇ ਲਾਜ਼ਮੀ ਹੈ ਤੁਹਾਡੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ। ਮੈਥ ਵਿਸ਼ੇ ਨੂੰ ਤੁਸੀਂ ਟੀਚਿੰਗ ਸਬਜੈਕਟ ਦੇ ਤੌਰ 'ਤੇ BEd ਦੇ ਦੌਰਾਨ ਪੜ੍ਹਿਆ ਹੋਵੇ। ਨੈਕਸਟ ਗੱਲ ਕਰਦੇ ਹਾਂ ਜੀ ਸਾਇੰਸ ਵਿਸ਼ਾ। ਸਾਇੰਸ ਵਿਸ਼ੇ ਦੇ ਵਿੱਚ ਇਹਨਾਂ ਦੁਆਰਾ ਪੋਸਟਾਂ ਨੇ ਜੋ 859 ਜਾਰੀ ਕੀਤੀਆਂ ਗਈਆਂ, 36 ਪੋਸਟਾਂ ਬੈਕਲਾਗ ਦੀਆਂ, 823 ਪੋਸਟਾਂ ਫਰੈਸ਼ ਨੇ ਜੀ, 267 ਪੋਸਟਾਂ ਨੇ ਜੋ ਔਰਤਾਂ ਲਈ ਰਾਖਵੀਆਂ ਨੇ। ਸਾਇੰਸ ਵਿਸ਼ੇ ਲਈ ਜੋ ਯੋਗਤਾ 45% ਮਾਰਕਸ ਤੁਹਾਡੇ BSc ਦੇ ਵਿੱਚ ਹੋਣੇ ਲਾਜ਼ਮੀ ਹੈ ਜੀ। ਜਨਰਲ ਕੈਟਾਗਰੀ ਦੇ ਲਈ ਇਹ 45% ਮਾਰਕਸ, SC ST BC ਫਿਜ਼ੀਕਲੀ ਹੈਂਡੀਕੈਪਟ ਦੇ ਲਈ 40% ਮਾਰਕਸ ਦੀ ਲੋੜ ਹੈ ਜੀ। ਇਹਦੇ ਵਿੱਚ ਲਿਖਿਆ ਇਹਨਾਂ ਦੁਆਰਾ ਮੈਂਸ਼ਨ ਕੀਤਾ ਗਿਆ ਤੁਹਾਡੀ ਜੋ BSc ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਵੇ, ਫਿਜ਼ਿਕਸ ਕੈਮਿਸਟਰੀ ਅਤੇ ਮੈਥ ਤੁਹਾਡਾ ਪੜ੍ਹਿਆ ਹੋਵੇ, ਜਾਂ ਤੁਹਾਡੀ BSc ਦੇ ਵਿੱਚ ਫਿਜ਼ਿਕਸ ਮੈਥ ਜਾਂ ਇਹਦੇ ਬਰਾਬਰ ਦੀ ਕੋਈ ਤੁਹਾਡੀ ਯੋਗਤਾ ਹੋਵੇ ਤਾਂ ਉਹਦੇ ਲਈ ਤੁਹਾਨੂੰ ਇਕੁਇਲੈਂਟ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੋਵੇ, ਉਹ ਤੁਹਾਡੇ ਕੋਲ ਹੋਣਾ ਲਾਜ਼ਮੀ ਹੈ ਜੀ। BEd ਤੁਹਾਡੀ ਹੋਣੀ ਲਾਜ਼ਮੀ ਹੈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ। ਸਾਇੰਸ ਵਿਸ਼ੇ ਨੂੰ ਤੁਸੀਂ BEd ਦੇ ਵਿੱਚ ਟੀਚਿੰਗ ਸਬਜੈਕਟ ਦੇ ਤੌਰ 'ਤੇ ਪੜ੍ਹਿਆ ਹੋਵੇ। ਨੈਕਸਟ ਹੈ ਜੀ ਸਾਇੰਸ ਮੈਡੀਕਲ। ਇਹਦੇ ਲਈ ਵੀਰੋ ਕਾਫੀ ਜੋ ਯੋਗਤਾਵਾਂ ਨੇ, 45% ਮਾਰਕਸ ਜਨਰਲ ਕੈਟਾਗਰੀ ਲਈ, 40% ਮਾਰਕਸ SC ST BC ਅਤੇ ਹੈਂਡੀਕੈਪਟ ਕੋਟੇ ਦੇ ਲਈ 40% ਮਾਰਕਸ ਲਾਜ਼ਮੀ ਨੇ ਜੀ। ਸਾਇੰਸ ਮੈਡੀਕਲ ਇਹਦੇ ਵਿਸ਼ੇ ਦੇ ਪੋਸਟਾਂ ਦੇ ਲਈ ਇਹਦੇ ਵਿੱਚ ਇਹਨਾਂ ਦੁਆਰਾ ਜੋ ਮੈਂਸ਼ਨ ਕੀਤੀਆਂ ਗਈਆਂ ਨੇ 2 ਸਬਜੈਕਟ ਨੇ, ਬਾਇਓਲੋਜੀ ਫਿਜ਼ਿਕਸ ਐਂਡ ਕੈਮਿਸਟਰੀ ਵੀ ਇਹ ਤੁਹਾਡਾ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਦੌਰਾਨ, BSc ਦੇ ਦੌਰਾਨ, ਜਾਂ BSc ਆਨਰਜ਼ ਜਾਂ BSc ਲਾਈਫ ਸਾਇੰਸ, BSc ਫਿਜ਼ੀਕਲ ਸਾਇੰਸ, BSc ਬਾਇਓਟੈਕਨੋਲੋਜੀ, BSc ਆਨਰਜ਼ ਜੋ ਕਾਫੀ BSc ਨੇ ਇਹਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ ਯੋਗਤਾਵਾਂ ਦੇ ਵਿੱਚ। ਸੋ ਮੇਰੀ ਬੇਨਤੀ ਸਾਰੇ ਵੀਰਾਂ ਨੂੰ ਕਿ ਕਿਰਪਾ ਕਰਕੇ ਤੁਸੀਂ ਨੋਟੀਫਿਕੇਸ਼ਨ ਪਲੀਜ਼ ਜ਼ਰੂਰ ਇੱਕ ਵਾਰ ਪੜ੍ਹਿਆ ਕਰੋ, ਆਪਦੀ ਪੋਸਟ ਦੇ ਰਿਲੇਟਡ ਹੁੰਦਾ ਜੋ। ਸੋ ਇਹਦੇ ਵਿੱਚ ਇਹਨਾਂ ਦੁਆਰਾ ਕੁਝ BSCs ਨੇ ਜੋ ਮੈਂਸ਼ਨ ਕੀਤੀਆਂ ਗਈਆਂ ਨੇ। ਨੈਕਸਟ ਇਹਨਾਂ ਦੁਆਰਾ BEd ਹੈ। ਸਾਇੰਸ ਵਿਸ਼ੇ ਦੇ ਵਿੱਚ ਤੁਸੀਂ ਟੀਚਿੰਗ ਸਬਜੈਕਟ ਪੜ੍ਹਿਆ ਹੋਵੇ, BEd ਦੇ ਦੌਰਾਨ ਤੁਸੀਂ ਸਾਇੰਸ ਵਿਸ਼ੇ ਨੂੰ ਟੀਚਿੰਗ ਸਬਜੈਕਟ ਦੇ ਤੌਰ 'ਤੇ ਪੜ੍ਹਿਆ ਹੋਵੇ, ਇਹ ਵੀ ਯੋਗਤਾ ਇਹਦੇ ਲਈ ਲਾਜ਼ਮੀ ਹੈ ਜੀ। ਨੈਕਸਟ ਗੱਲ ਕਰਦੇ ਹਾਂ ਜੀ ਹਿੰਦੀ ਵਿਸ਼ਾ। ਹਿੰਦੀ ਵਿਸ਼ੇ ਦੇ ਵਿੱਚ ਇਹਨਾਂ ਦੁਆਰਾ ਜੋ ਪੋਸਟਾਂ ਨੇ 240 ਨੇ ਜੀ, 35 ਬੈਕਲਾਗ ਦੀਆਂ, 205 ਪੋਸਟਾਂ ਫਰੈਸ਼ ਨੇ, 67 ਪੋਸਟਾਂ ਇਹਨਾਂ ਦੇ ਵਿੱਚੋਂ ਔਰਤਾਂ ਦੇ ਲਈ ਰਾਖਵੀਆਂ ਨੇ ਜੀ। ਹਿੰਦੀ ਵਿਸ਼ੇ ਦੇ ਲਈ ਜੋ ਯੋਗਤਾ ਹੈ ਤੁਹਾਡੀ 45% ਮਾਰਕਸ ਹੋਣੇ ਚਾਹੀਦੇ ਗ੍ਰੈਜੂਏਸ਼ਨ 'ਚੋਂ ਜਨਰਲ ਕੈਟਾਗਰੀ, ਅਤੇ 40% ਮਾਰਕਸ ਤੁਹਾਡੇ SC ST BC ਫਿਜ਼ੀਕਲੀ ਹੈਂਡੀਕੈਪਟ ਦੇ ਲਈ ਹੋਣੇ ਚਾਹੀਦੇ ਨੇ ਤੁਹਾਡੇ ਕੋਟੇ ਦੇ ਲਈ। ਇਹ ਯੋਗਤਾ ਹੈ ਜੀ ਹਿੰਦੀ ਵਿਸ਼ੇ ਦੇ ਲਈ। ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ 3 ਸਾਲ ਦੇ ਲਈ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਹਿੰਦੀ ਪੜ੍ਹੀ ਹੋਵੇ। BEd ਤੁਹਾਡੀ ਹੋਣੀ ਚਾਹੀਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ।
ਹਿੰਦੀ ਨੂੰ ਟੀਚਿੰਗ ਸਬਜੈਕਟ ਦੇ ਤੌਰ ਤੇ ਪੜ੍ਹਿਆ ਹੋਵੇ ਸੀ ਜੀ। ਹਿੰਦੀ ਸਬਜੈਕਟ ਦੇ ਲਈ ਜੋ ਯੋਗਤਾ। ਨੈਕਸਟ ਹੈ ਜੀ ਪੰਜਾਬੀ। ਪੰਜਾਬੀ ਦੇ ਲਈ 534 ਪੋਸਟਾਂ ਨੇ ਜੋ ਮਾਸਟਰ ਕੇਡਰ ਦੀਆਂ ਨੇ ਤੇ 32 ਪੋਸਟਾਂ ਇਹਨਾਂ ਦੇ ਵਿੱਚੋਂ ਬੈਕਲਾਗ ਦੀਆਂ। 502 ਪੋਸਟਾਂ ਨੇ ਜੋ ਫਰੈਸ਼ ਨੇ। 165 ਪੋਸਟਾਂ ਔਰਤਾਂ ਲਈ ਰਾਖਵੀਆਂ ਨੇ ਜੀ। ਪੰਜਾਬੀ ਵਿਸ਼ੇ ਦੇ ਲਈ ਤੁਹਾਡੀ ਗ੍ਰੈਜੂਏਸ਼ਨ 45% ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਮਾਰਕਸ ਹੋਣੇ ਜ਼ਰੂਰੀ ਹੈ। 40% SC ST BC ਫਿਜ਼ੀਕਲੀ ਹੈਂਡੀਕੈਪਡ ਦੇ ਲਈ ਹੋਣੇ ਚਾਹੀਦੇ ਹੈ ਜੀ। 40% ਮਾਰਕਸ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਵੇ ਤੁਹਾਡੀ ਜੋ ਗ੍ਰੈਜੂਏਸ਼ਨ ਹੈ। ਪੰਜਾਬੀ ਨੂੰ ਤੁਸੀਂ ਇਲੈਕਟਿਵ ਸਬਜੈਕਟ ਦੇ ਤੌਰ ਤੇ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ। BEd ਦੇ ਵਿੱਚ ਵੀ ਤੁਸੀਂ ਪੰਜਾਬੀ ਵਿਸ਼ੇ ਨੂੰ ਟੀਚਿੰਗ ਸਬਜੈਕਟ ਦੇ ਤੌਰ ਤੇ ਪੜ੍ਹਿਆ ਹੋਣਾ ਲਾਜ਼ਮੀ ਹੈ ਤੁਹਾਡਾ। ਨੈਕਸਟ ਗੱਲ ਕਰਦੇ ਹਾਂ ਜੀ ਸੋਸ਼ਲ ਸਾਇੰਸ ਵਿਸ਼ਾ। ਇਹਦੇ ਵਿੱਚ ਜੋ ਪੋਸਟਾਂ ਨੇ 633 ਨੇ ਜੀ। 30 ਬੈਕਲਾਗ ਦੀਆਂ। 603 ਫਰੈਸ਼ ਪੋਸਟਾਂ ਨੇ। 196 ਜੋ ਪੋਸਟਾਂ ਔਰਤਾਂ ਦੇ ਲਈ ਰਾਖਵੀਆਂ ਨੇ 633 ਦੇ ਵਿੱਚੋਂ। ਯੋਗਤਾ ਦੀ ਗੱਲ ਕਰਦੇ ਹਾਂ ਜੀ। ਇਸ ਵਿਸ਼ੇ ਦੇ ਲਈ ਗ੍ਰੈਜੂਏਸ਼ਨ 45% ਮਾਰਕਸ ਜਨਰਲ ਕੈਟਾਗਰੀ। SC ST BC ਫਿਜ਼ੀਕਲੀ ਹੈਂਡੀਕੈਪਡ ਦੇ ਲਈ 40% ਮਾਰਕਸ ਹੋਣੇ ਜ਼ਰੂਰੀ ਹੈ ਜੀ। ਅਤੇ 2 ਵਿਸ਼ੇ ਨੇ ਜੋ ਤੁਹਾਡੇ ਹਿਸਟਰੀ ਪੋਲੀਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਸਾਈਕੋਲੋਜੀ ਸੋਸ਼ੋਲੋਜੀ ਇਕਨੋਮਿਕਸ ਜਿਓਗ੍ਰਾਫੀ ਫਿਲੋਸਫੀ ਐਂਡ ਐਨਵਾਇਰਮੈਂਟਲ ਸਟੱਡੀਜ਼। ਤੁਸੀਂ ਇਹਨਾਂ ਦੇ ਵਿੱਚੋਂ 2 ਸਬਜੈਕਟ ਨੇ ਜੋ ਗ੍ਰੈਜੂਏਸ਼ਨ ਦੇ ਦੌਰਾਨ ਤੁਸੀਂ 3 ਸਾਲ ਪੜ੍ਹੇ ਹੋਣ। ਐਜ਼ ਪਰ UGC ਦੇ ਜੋ ਗਾਈਡਲਾਈਨਸ ਨੇ ਉਹਨਾਂ ਦੇ ਇਹ ਹਦਾਇਤਾਂ ਨੇ ਜੀ ਕਿ ਇਹਨਾਂ ਸਬਜੈਕਟਾਂ ਦੇ ਵਿੱਚ 2 ਸਬਜੈਕਟ ਤੁਸੀਂ ਗ੍ਰੈਜੂਏਸ਼ਨ ਦੇ ਦੌਰਾਨ ਪੜ੍ਹੇ ਹੋਣ। ਸੋ ਨੈਕਸਟ ਹੈ ਜੀ BEd। ਸੋਸ਼ਲ ਸਾਇੰਸ ਦਾ ਜੋ ਸਬਜੈਕਟ ਹੈ ਤੁਸੀਂ ਟੀਚਿੰਗ ਸਬਜੈਕਟ ਦੇ ਤੌਰ ਤੇ BEd ਦੇ ਵਿੱਚ ਪੜ੍ਹਿਆ ਹੋਵੇ ਇਹ ਲਾਜ਼ਮੀ ਹੈ ਜੀ ਇਸ ਪੋਸਟ ਦੇ ਲਈ। ਨੈਕਸਟ ਗੱਲ ਕਰਦੇ ਹਾਂ ਜੀ ਅੰਗਰੇਜ਼ੀ ਵਿਸ਼ਾ। ਇਹਦੇ ਲਈ ਜੋ ਪੋਸਟਾਂ ਨੇ ਜੀ 790 ਪੋਸਟਾਂ ਨੇ। 67 ਬੈਕਲਾਗ ਦੀਆਂ ਪੋਸਟਾਂ। 723 ਪੋਸਟਾਂ ਨੇ ਜੋ ਫਰੈਸ਼ ਨੇ। 234 ਇਹਨਾਂ ਦੇ ਵਿੱਚੋਂ ਰਾਖਵੀਆਂ ਨੇ ਔਰਤਾਂ ਦੇ ਲਈ। 790 ਕੁੱਲ ਪੋਸਟਾਂ ਨੇ ਜੀ। ਯੋਗਤਾ ਦੀ ਗੱਲ ਕਰਦੇ ਹਾਂ ਜੀ। ਯੋਗਤਾ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ 45% ਨਾਲ ਹੋਣੀ ਚਾਹੀਦੀ ਹੈ। ਜਨਰਲ ਕੈਟਾਗਰੀ ਦੇ ਲਈ SC ਦੇ ਲਈ ਉਹੀ 40%। BC ਦੇ ਲਈ ਫਿਜ਼ੀਕਲੀ ਹੈਂਡੀਕੈਪਡ ਕੋਟੇ ਦੇ ਲਈ 40% ਮਾਰਕਸ ਹੋਣੇ ਲਾਜ਼ਮੀ ਨੇ ਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣ ਜੀ। ਨੈਕਸਟ ਹੈ ਜੀ ਇਹਨਾਂ ਦੁਆਰਾ ਗ੍ਰੈਜੂਏਸ਼ਨ ਦੇ ਦੌਰਾਨ ਤੁਸੀਂ ਇਲੈਕਟਿਵ ਸਬਜੈਕਟ ਦੇ ਤੌਰ 'ਤੇ 3 ਸਾਲ ਪੜ੍ਹਿਆ ਹੋਵੇ ਅੰਗਰੇਜ਼ੀ ਨੂੰ ਜੀ ਤੁਸੀਂ। ਅਤੇ ਇੱਕ ਯੋਗਤਾ ਹੋ ਲਿਖੀ ਗਈ ਸ਼ੁੱਡ ਹੈਵ ਸਟੱਡੀਡ ਫੰਕਸ਼ਨਲ ਇੰਗਲਿਸ਼ ਲਿਟਰੇਚਰ BA ਆਨਰਜ਼ ਇੰਗਲਿਸ਼ ਇਨ ਗ੍ਰੈਜੂਏਸ਼ਨ ਔਰ ਇਟਸ ਇਕੁਅਲੈਂਟ। ਜੇ ਤੁਹਾਡੇ ਕੋਲ ਬਰਾਬਰ ਦੀ ਇਹਦੇ ਕੋਈ ਯੋਗਤਾ ਵੀ ਹੈਗੀ ਹੈ ਤਾਂ ਉਹਨੂੰ ਤੁਸੀਂ ਉਹਦਾ ਤੁਹਾਡਾ ਇਕੁਅਲੈਂਟ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਤੁਹਾਡੇ ਕੋਲ। ਇਹ ਹਰ ਪੋਸਟ ਦੇ ਵਿੱਚ ਇਹਨਾਂ ਦੁਆਰਾ ਮੈਂਸ਼ਨ ਕੀਤਾ ਗਿਆ। BEd ਤੁਹਾਡੀ ਹੋਣੀ ਚਾਹੀਦੀ ਹੈ। ਇੰਗਲਿਸ਼ ਨੂੰ ਤੁਸੀਂ ਟੀਚਿੰਗ ਸਬਜੈਕਟ ਦੇ ਤੌਰ ਤੇ ਪੜ੍ਹਿਆ ਹੋਵੇ BEd ਦੌਰਾਨ। ਨੈਕਸਟ ਹੈ ਜੀ ਮਿਊਜ਼ਿਕ ਵਿਸ਼ਾ। ਇਹਦੇ ਵਿੱਚ ਇਹਨਾਂ ਦੁਆਰਾ ਜੋ ਪੋਸਟਾਂ ਨੇ 25 ਨੇ। 12 ਬੈਕਲਾਗ ਦੀਆਂ। 13 ਫਰੈਸ਼ ਪੋਸਟਾਂ ਅਤੇ 5 ਔਰਤਾਂ ਦੇ ਲਈ ਰਾਖਵੀਆਂ ਨੇ ਜੀ। ਮਿਊਜ਼ਿਕ ਵਿਸ਼ੇ ਦੇ ਲਈ ਯੋਗਤਾ ਕੀ ਹੋਏਗੀ। ਸ਼ੁੱਡ ਹੈਵ ਪਾਸਡ ਗ੍ਰੈਜੂਏਸ਼ਨ ਇਨ ਮਿਊਜ਼ਿਕ ਇੰਸਟਰੂਮੈਂਟਲ ਜਾਂ ਵੋਕਲ। ਤੁਹਾਡੀ 55% ਮਾਰਕਸ ਦੇ ਨਾਲ ਹੋਣੀ ਚਾਹੀਦੀ ਤੁਹਾਡੀ ਗ੍ਰੈਜੂਏਸ਼ਨ ਜੀ ਇੰਸਟਰੂਮੈਂਟਲ ਜਾਂ ਵੋਕਲ ਵਿਸ਼ੇ ਦੇ ਵਿੱਚ ਜੀ। ਤੁਹਾਡੀ BEd ਹੋਣੀ ਲਾਜ਼ਮੀ ਹੈ ਜੀ। ਮਿਊਜ਼ਿਕ ਦੇ ਵਿੱਚ ਟੀਚਿੰਗ ਸਬਜੈਕਟ ਨੂੰ ਤੁਸੀਂ ਮਿਊਜ਼ਿਕ ਨੂੰ ਟੀਚਿੰਗ ਸਬਜੈਕਟ ਦੇ ਤੌਰ 'ਤੇ BEd ਦੇ ਵਿੱਚ ਪੜ੍ਹਿਆ ਹੋਵੇ ਐਜ਼ ਪਰ UGC ਗਾਈਡਲਾਈਨਸ। ਨੈਕਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਵਿਸ਼ਾ। ਇਹਦੇ ਵਿੱਚ ਇਹਨਾਂ ਦੁਆਰਾ ਜੋ ਪੋਸਟਾਂ ਨੇ 168 ਨੇ। 104 ਬੈਕਲਾਗ ਦੀਆਂ ਪੋਸਟਾਂ ਨੇ ਜੀ। 64 ਪੋਸਟਾਂ ਫਰੈਸ਼ ਨੇ ਅਤੇ 21 ਪੋਸਟਾਂ ਨੇ ਜੋ ਔਰਤਾਂ ਦੇ ਲਈ ਇਹਨਾਂ ਵਿੱਚੋਂ ਰਾਖਵੀਆਂ ਨੇ। ਵਿਦਿਅਕ ਯੋਗਤਾ ਦੀ ਗੱਲ ਕਰਦੇ ਹਾਂ ਜੀ। ਬੈਚਲਰ ਡਿਗਰੀ ਹੋਣੀ ਚਾਹੀਦੀ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਦੀ 4 ਸਾਲ ਦੀ ਜੋ 4 years ਇੰਟੀਗ੍ਰੇਟਿਡ ਕੋਰਸ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ। +2 ਆਫਟਰ +2 ਐਟਲੀਸਟ 55% ਮਾਰਕਸ ਹੋਣੇ ਚਾਹੀਦੇ ਹੈ ਜੀ ਤੁਹਾਡੇ ਇਸ ਯੋਗਤਾ ਦੇ ਵਿੱਚੋਂ। ਬੈਚਲਰਸ ਆਫ ਡਿਗਰੀ ਐਟਲੀਸਟ ਵਿਦ 55% ਮਾਰਕਸ ਵਿਦ ਫਿਜ਼ੀਕਲ ਐਜੂਕੇਸ਼ਨ ਐਜ਼ ਆ ਸਬਜੈਕਟ ਇਨ 3 years ਗ੍ਰੈਜੂਏਸ਼ਨ ਕੋਰਸ ਫਰੋਮ ਰਿਕਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ। ਸ਼ੁੱਡ ਹੈਵ ਐਕਵਾਇਰਡ 1 year ਕੋਰਸ BPEd ਜਾਂ DPEd ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ। ਜਾਂ ਬੈਚਲਰਸ ਡਿਗਰੀ ਫਰੋਮ ਰਿਕਗਨਾਈਜ਼ ਯੂਨੀਵਰਸਿਟੀ ਇੰਸਟੀਟਿਊਸ਼ਨ ਐਟਲੀਸਟ ਵਿਦ 55% ਮਾਰਕਸ ਐਂਡ ਹੈਵਿੰਗ ਪਾਰਟੀਸਪੇਟਡ ਇਨ ਨੈਸ਼ਨਲ or state games or athletes or cricket which are being organized by the Indian Punjab Olympic Association, state sports
Association, and in additional should have acquired 1 year course of BPEd or DPEd from a recognized university or institution as per guidelines of UGC. ਸੋ ਇਹ ਨੇ ਜੀ ਯੋਗਤਾਵਾਂ ਜੋ ਸੰਬੰਧਿਤ ਕੈਟਾਗਰੀਆਂ ਦੀਆਂ ਸਨ, ਪੋਸਟਾਂ ਨੇ ਜੋ ਮਾਸਟਰ ਕੇਡਰ ਦੀਆਂ, ਅਤੇ ਉਹਨਾਂ ਦੀ ਜੋ ਯੋਗਤਾ ਸੀ। ਚੋਣ ਦਾ ਢੰਗ ਵੀਰੇ ਇਹਨਾਂ ਦਾ ਸੇਮ ਹੋਏਗਾ, 150 ਅੰਕਾਂ ਦਾ ਰਿਟਨ ਟੈਸਟ ਹੋਏਗਾ। ਰਿਟਨ ਟੈਸਟ ਦੇ ਬੇਸ 'ਤੇ ਹੀ ਤੁਹਾਡੀ ਮੈਰਿਟ ਹੋਏਗੀ। ਮੈਰਿਟ ਦੇ ਵਿੱਚ ਸਿਲੈਕਸ਼ਨ ਦੌਰਾਨ ਜੇਕਰ ਕਿਸੇ ਕੈਂਡੀਡੇਟ ਦੇ ਮਾਰਕਸ ਨੇ ਜੋ ਬਰਾਬਰ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ, ਜਿਹੜੇ ਕੈਂਡੀਡੇਟ ਦੀ ਜ਼ਿਆਦਾ ਉਮਰ ਹੋਏਗੀ ਉਹਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਉਮਰ ਦੀ ਵੀ ਬਰਾਬਰਤਾ ਆ ਜਾਏਗੀ ਤਾਂ ਉਹਦੇ ਵਿੱਚ ਜੋ ਗ੍ਰੈਜੂਏਸ਼ਨ ਦੇ ਵਿੱਚ ਜਿਹਦੀ ਪਰਸੈਂਟੇਜ ਜ਼ਿਆਦਾ ਹੋਏਗੀ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਮੈਰਿਟ ਦੇ ਵਿੱਚ ਜੀ। ਨੈਕਸਟ ਹੈ ਜੀ ਇਹਨਾਂ ਦੁਆਰਾ ਬਿਨੇ ਪੱਤਰ ਦੀ ਜੋ ਪ੍ਰੋਸੈਸਿੰਗ ਫੀਸ ਹੈ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਜੋ ਫੀਸ ਹੈ, ਜਨਰਲ ਕੈਟਾਗਰੀ ਦੇ ਲਈ 1000 ਰੁਪਏ, ਰਿਜ਼ਰਵ ਕੈਟਾਗਰੀ ਦੇ ਲਈ 500 ਰੁਪਏ, ਜਿਵੇਂ ਕਿ SC ST ਫਿਜ਼ੀਕਲੀ ਹੈਂਡੀਕੈਪਡ ਕੋਟੇ ਦੇ ਲਈ ਹੋਏਗੀ। ਸਾਬਕਾ ਸੈਨਿਕਾਂ ਦੇ ਲਈ ਕੋਈ ਫੀਸ ਨਹੀਂ ਹੈਗੀ ਜੀ। ਸੋ ਨੈਕਸਟ ਇਹਨਾਂ ਦੁਆਰਾ ਵੀਰੋ ਨੋਟੀਫਿਕੇਸ਼ਨ ਦੇ ਲਈ ਕੁਝ ਹਦਾਇਤਾਂ ਨੇ ਇਹਨਾਂ ਦੁਆਰਾ ਜੋ ਜਾਰੀ ਕੀਤੀਆਂ ਗਈਆਂ, ਇਹਨਾਂ ਨੂੰ ਇਸ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਪੜ੍ਹ ਲਿਓ। ਨੈਕਸਟ ਇਹਨਾਂ ਦੁਆਰਾ ਜੋ ਵੈਬਸਾਈਟ ਆ ਉਹ ਦੁਬਾਰਾ ਫਿਰ ਮੈਂਸ਼ਨ ਕੀਤੀ ਗਈ ਹੈ, ਪੰਜਾਬ ਸਕੂਲ ਵਿਭਾਗ ਦੀ www.educationrecruitmentboard.com ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰਨਾ ਹੈ। ਸੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜੋ ਅੰਤਿਮ ਮਿਤੀ ਹੈ ਉਹ 30/1/2022 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਇਸ ਵੈਬਸਾਈਟ 'ਤੇ ਅਪਲਾਈ ਕਰ ਸਕਦੇ ਹੋ। ਸੋ ਬੇਨਤੀ ਹੈ ਸਾਰੇ ਵੀਰਾਂ ਨੂੰ, ਜੇਕਰ ਤੁਹਾਨੂੰ ਇਹਨਾਂ ਪੋਸਟਾਂ ਸੰਬੰਧੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੋ ਸਕੇ। ਸੋ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ, ਜੇਕਰ ਸਾਡੇ ਵੀਡੀਓ ਬਣਾਉਣ ਦੌਰਾਨ ਜਾਂ ਕੋਈ ਕਮੀ ਪੇਸ਼ੀ ਜਾਂ ਕੋਈ ਕਿਸੇ ਤਰ੍ਹਾਂ ਦਾ ਤੁਹਾਡਾ ਇਸ ਸੰਬੰਧੀ ਸੁਝਾਅ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਨੂੰ ਸੁਝਾਅ ਦਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਆਪਣੀ ਵੀਡੀਓ ਦੇ ਵਿੱਚ ਜਾਂ ਆਪਣੀ ਨੋਟੀਫਿਕੇਸ਼ਨ ਨੂੰ ਦੱਸਣ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਤੁਹਾਡਾ ਸੁਝਾਅ ਹੋਵੇ ਅਸੀਂ ਉਹਨੂੰ ਸੁਧਾਰ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ।